श्री वाहिगुरु जी। बसंत वाणी रविदास जी की। एक ओंकार सतगुर प्रसाद। तुझै सुजनता कछु नाही, पहरावा देखे ऊब जाही। गर्भवती का नाही ठाऊं, तेरी गर्दन ऊपर लवै काऊं। तुझै सुजनता कछु नाही, पहरावा देखे ऊब जाही। गर्भवती का नाही ठाओ, तेरी गर्दन ऊपर लवै काऊं। तू काई गर्वै बाबली, जैसे भादो खुंबराज। तू तिस ते खरी उतावली रहाऊ। जैसे कुरंक नहीं पायो भेद, तन सुगंध ढूंढै प्रदेश। अप तन का जो करे विचार, तिस नहीं जम कंकर करे खुआर। पुत्र कलत्र का करे अहंकार, ठाकुर लेखा मंगनहार। फेड़े का दुख सहजियो, पाछे किसे पुकारे पियो पियो। साधु की जौ लेह ओट, तेरे मिटै पाप सब कोट कोट। कह रविदास जो जपै नामो, तिस जात ना जन्म ना जोन कामो। साधु की जाऊं लेह ओट, तेरे मिटै पाप सब कोट कोट। कह रविदास जो जपै नाम, तिस जात न जन्म न जोन काम। चवर शतर तखत ते मालक, समुची मानवता दे रहबर बालीए कुल आलम। दो जहानां दे बाली, अमृत के मजस्मे सच दे उपदेशक। सर्व सांझी वालता दा सिद्धांत देने वाले पातशाह, गरीब निवाज सतगुरु दीना बंधु। कृपा दे घर ज्ञान के सागर, ਸਾਹਿਬ सतगुरु गुरु ग्रंथ साहिब जीओ महाराज। ਸਾਹਿਬ ਦੀ ਹਜ਼ੂਰੀ ਅੰਦਰ ਸਵਾਈਮਾਨ ਇਕੱਤਰ ਹੋਏ ਸਤਸੰਗੀ ਜਨੋਂ, ਵੱਡਿਆਂ ਭਾਗਾਂ ਦੇ ਮਾਲਕ ਹੋ। ਗੁਰ ਹਜ਼ੂਰੀ ਵਿੱਚ ਗੁਰ ਬਖਸ਼ੇ ਉਦਮ ਸਦਕਾ संध्या ਦੀ दीवान ਦੀ ਹਾਜ਼ਰੀ ਭਰ ਰਹੇ ਹੋ। गुरु की हजूरी ਵਿੱਚ बैठ करके गुरु के सवारियां ਤੋਂ गुरु की कीर्ति उस्तत वडियाई कीर्तन ਦੇ ਰਾਹੀਂ ਆਪ ਜੀ ਸਰਵਣ ਕਰ ਰਹੀ ਸੀ। ਸਾਹਿਬ ਦੇ ਮੁਬਾਰਕ ਵਚਨ ਹਨ, ਗੁਰਬਾਣੀ ਗਾਵੇਂ ਭਾਈ ਉਹ ਸਫਲ ਸਦਾ ਸੁਖਦਾਈ। ਜਿੱਥੇ ਰੱਬੀ ਵਚਨਾਂ ਨੂੰ ਗਾਉਣਾ, ਮਾਲਕ ਨੇ ਕਿਹਾ ਤੇਰਾ ਗਾਇਆ ਹੋਇਆ ਸਫਲ ਹੋ ਜਾਵੇ। ਔਰ ਸੁੱਖਾਂ ਦਾ ਦਾਤਾ ਉਹ ਪਰਮੇਸ਼ਰ ਜਿਹੜਾ ਗੁਰੂ ਜਿਹੜਾ ਵਾ, ਸਾਹਿਬ ਨੇ ਕਿਹਾ ਪ੍ਰੇਮ ਦੇ ਨਾਲ, ਭਾਵ ਦੇ ਨਾਲ ਉਹਦੇ ਉਪਦੇਸ਼ ਨੂੰ ਜੀਵਨ 'ਚ ਕਮਾ।
ਜਿੱਥੇ ਗੁਰੂ ਕੀ ਕੀਰਤੀ ਦੀ ਗੱਲ ਸਾਹਿਬ ਨੇ ਬਾਣੀ ਵਿੱਚ ਕੀਤੀ ਹੈ, ਕੀਰਤਨ ਦੇ ਰਾਹੀਂ ਸੱਜਣਾ ਕਰ, ਉੱਥੇ ਮਾਲਕ ਕਹਿ ਰਹੇ ਨੇ, ਸਾਹਿਬ ਨੇ ਜ਼ਿਕਰ ਕੀਤਾ, ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਇਹ ਸੱਚ ਦੀ ਬੇੜੀ ਤੇ ਪਾਰ ਸਵਾਰ ਹੋ ਕਰਕੇ ਪਾਰਲੇ ਬੰਨੇ ਤੇ ਜਾਇਆ ਜਾਂਦਾ ਵਾ। ਇਸੇ ਤਰ੍ਹਾਂ ਬੇੜੀ ਸਾਹਿਬ ਨੇ ਕਿਹਾ ਸ਼ਬਦ ਤੇਰੇ ਜੀਵਨ ਦੇ ਵਿੱਚ ਸਹਾਰਾ ਵਾ, ਟੇਕ ਹੈ, ਆਸਰਾ ਵਾ। ਇਹਨੂੰ ਆਪਣੇ ਜੀਵਨ ਵਿੱਚ ਕਬੂਲ ਕਰ, ਇਹ ਆਸਰਾ ਲੈ। ਇੱਕ ਜ਼ਿਕਰ ਆਉਂਦਾ ਗੁਰੂ ਕੇ ਬਚਨਾਂ ਵਿੱਚ, ਧਰ ਜੀ ਅਰੇ ਇੱਕ ਟੇਕ ਤੂੰ, ਲਾਹ ਬਿਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੇ ਰਾਸ। ਆਸਰੇ ਦੀ ਗੱਲ ਬਾਰ-ਬਾਰ ਬਾਣੀ ਵਿੱਚ ਕੀਤੀ ਗਈ, ਟੇਕ ਦੀ ਗੱਲ ਕੀਤੀ ਗਈ। ਔਰ ਪਾਤਸ਼ਾਹ ਕਿਤੇ ਇਹ ਗੱਲ ਵੀ ਆਖਦੇ ਨੇ, ਜਿੱਥੇ ਸਾਹਿਬ ਨੇ ਕਿਹਾ ਤਰੀਐ ਗੁਰ ਵਿਚਾਰ, ਉੱਥੇ ਮਾਲਕ ਦੀ ਬਾਣੀ ਕਹਿੰਦੀ ਹੈ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੀਨ। ਪੁੱਤਰਾਂ ਤੋਂ ਸਪੁੱਤਰ ਗੁਰੂ ਬਾਬੇ ਸਾਡੇ ਬਜ਼ੁਰਗ ਪੁਰਵੁਰਜ ਜਿਹੜੇ ਨੇ, ਪੁਰਖੇ ਜਿਹੜੇ ਨੇ, ਉਹਨਾਂ ਦੀਆਂ ਵਾਕਿਆਸ਼ਾਂ ਨੂੰ, ਉਹਨਾਂ ਦੀਆਂ ਵਾਰਤਾਲਾਪਾਂ ਨੂੰ, ਉਹਨਾਂ ਦੇ ਪ੍ਰਸੰਗਾਂ ਨੂੰ, ਉਹਨਾਂ ਦੀ ਕੀਤੀ ਆਪਸ ਵਿੱਚ ਵਿਚਾਰ ਗੋਸ਼ਟੀ ਨੂੰ, ਉਹਨਾਂ ਦੇ ਦਿੱਤੇ ਸੰਸਕਾਰਾਂ ਨੂੰ ਜੇ ਜੀਵਨ 'ਚ ਅਪਣਾ ਲਏਗਾ, ਮਾਲਕ ਕਹਿ ਰਹੇ ਨੇ ਤੂੰ ਪੁੱਤਰ ਹੈ, ਸਪੁੱਤਰ ਬਣ ਜਾਏਗਾ। ਦੋ ਪੱਖ ਨੇ ਇਨਸਾਨ ਦੇ, ਇੱਕ ਪੁੱਤਰ ਵਾਲਾ, ਇੱਕ ਸਪੁੱਤਰ ਵਾਲਾ, ਤੇ ਇੱਕ ਪੱਖ ਇੱਕ ਪੁੱਤਰ ਵਾਲਾ। ਜੇ ਚਾਹੁੰਦਾ ਮੈਂ ਸਪੁੱਤਰ ਬਣਨ ਦੇ ਲਈ, ਉਹਦੇ ਲਈ ਗੁਰੂ ਕੇ ਬਚਨ, ਗੁਰੂ ਕੇ ਸ਼ਬਦ ਨੂੰ ਵਿਚਾਰ ਤੇ ਜੀਵਨ ਵਿੱਚ ਸੱਚ ਆਵੇਗਾ। ਇਹੀ ਸੱਚ ਤੈਨੂੰ ਪੁੱਤਰ ਦੇ ਸਫ਼ਰ ਤੋਂ ਸਪੁੱਤਰ ਦੇ ਸਫ਼ਰ ਤੱਕ ਲੈ ਜਾਵੇਗਾ। ਆਓ ਜਿੱਥੇ ਗੁਰੂ ਕੀ ਕੀਰਤੀ, ਉਸਤਤ ਵਡਿਆਈ ਕੀਰਤਨ ਦੇ ਰਾਹੀਂ ਆਪਾਂ ਸਭਨਾਂ ਨੇ ਕੀਤੀ ਹੈ। ਸਮਾਂ ਹੋਇਆ ਹੈ ਪਾਵਨ ਸਥਾਨ ਦੇ ਉੱਪਰ ਚੱਲ ਰਹੀ ਲੜੀਵਾਰ ਭਗਤ ਰਵਿਦਾਸ ਜੀ, ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦਾ ਪ੍ਰਕਾਸ਼ ਪੁਰਬ ਹੈ, ਤਾਂ ਕਰਕੇ ਇਹ ਲੜੀਵਾਰ ਸ਼ਬਦ ਜਿਹੜੇ ਉਹਨਾਂ ਦੇ ਵਿਚਾਰ ਨੇ, ਹਾਂ ਉਸੇ ਲੜੀ ਦੇ ਤਹਿਤ ਅੱਜ ਦਾ ਸ਼ਬਦ ਰਾਗ ਬਸੰਤ ਦੇ ਵਿੱਚ ਜਿਹੜਾ ਦਰਜ ਹੈ, ਉਸ ਮੁਬਾਰਕ ਸ਼ਬਦ ਦਾ ਮੂਲ ਪਾਠ ਹੁਣੇ ਆਪ ਜੀ ਨੇ ਸਰਵਨ ਕੀਤਾ। ਆਓ ਇਸ ਰੱਬੀ ਵਚਨ ਨੂੰ ਵਿਚਾਰਨ ਦਾ ਯਤਨ ਕਰੀਏ। ਪਾਵਨ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰ ਮਰਿਆਦਾ ਅਨੁਸਾਰ ਗੁਰਬਖਸ਼ੀ ਫਤਿਹ ਪ੍ਰਵਾਨ ਕਰੋ। ਬਖਸ਼ੋ ਅਸੀਸ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸੰਤ ਬਾਣੀ ਰਵਿਦਾਸ ਜੀ ਕੀ, ਬਸੰਤ ਰਾਗ ਦਾ ਨਾਮ ਹੈ ਔਰ ਇਹ ਸ਼ਬਦ ਉਚਾਰਨ ਕੀਤਾ ਹੋਇਆ ਭਗਤ ਰਵਿਦਾਸ ਜੀ ਦਾ ਵਾ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਉਹ ਇੱਕ ਸੱਤਾ ਪਰਮੇਸ਼ਰ ਇੱਕ ਹੈ, ਸਰਵ ਵਿਆਪਕ ਹੈ, ਸਦੀਵੀ ਹੋਂਦ ਹੈ ਉਸਦੀ, ਉਹਨੂੰ ਨਾਸ਼ ਨਹੀਂ ਕੀਤਾ ਜਾ ਸਕਦਾ। ਔਰ ਗੁਰੂ ਦੀ ਕਿਰਪਾ ਦੇ ਨਾਲ, ਉਹਦੀ ਨਜ਼ਰ ਦੇ ਨਾਲ, ਉਹਦੀ ਰਹਿਮਤ ਦੇ ਨਾਲ ਉਹ ਸੱਚੇ ਨਾਲ ਤੇਰੀ ਸਾਂਝ ਪੈ ਸਕਦੀ ਹੈ। ਗੁਰੂ ਦੀ ਨਜ਼ਰ ਨਾਲ, ਗੁਰੂ ਦੀ ਸਮਝ ਦਾ, ਗੁਰੂ ਦੀ ਦਿੱਤੀ ਸੋਝੀ ਦੇ ਨਾਲ ਹੀ ਤੂੰ ਉਸ ਪਰਮੇਸ਼ਰ ਨੂੰ ਜਿਹੜਾ ਪਹਿਚਾਨ ਸਕਦਾ ਵਾ। ਪਾਵਨ ਅੰਗ ਜੋ ਹੈ ਸ਼ਬਦ ਦਾ 1196 ਦੇ ਉੱਪਰ ਇਹ ਰੱਬੀ ਬੋਲ ਸੁਭਾਈਮਾਨ ਹਨ। ਸ਼ਬਦ ਦੀ ਰਹਾਉ ਵਾਲੀ ਮੁਬਾਰਕ ਪੰਕਤੀ ਜਿਹੜੀ ਹੈ, ਰਹਾਉ ਵਾਲੀ ਪੰਕਤੀ ਤੋਂ ਭਾਵ ਹੁੰਦਾ ਜਿਵੇਂ ਆਪਾਂ ਕੋਈ ਪੋਇਮ ਪੜ੍ਹਦੇ ਹਾਂ ਤੇ ਉਹਦਾ ਇੱਕ ਸੈਂਟਰਲ ਆਈਡੀਆ ਹੁੰਦਾ ਵਾ, ਜਿਹੜਾ ਮੇਨ ਭਾਵ ਹੁੰਦਾ ਵਾ ਉਹ ਦੱਸਿਆ ਜਾਂਦਾ ਉਹਦੇ ਵਿੱਚ। ਤੇ ਰਹਾਉ ਵਾਲੇ ਪਦੇ ਵਿੱਚ ਇਹ ਕਹਿ ਲਈਏ ਪੂਰੇ ਸ਼ਬਦ ਦਾ ਸੈਂਟਰਲ ਆਈਡੀਆ ਵਾ, ਔਰ ਉਹਦੇ ਜਿਹੜਾ ਕਿ ਇਰਦ ਗਿਰਦ ਉਹਦੀ ਵਿਚਾਰ ਪੂਰੇ ਸ਼ਬਦ ਵਿੱਚ ਕੀਤੀ ਹੁੰਦੀ ਆ। ਜਿਵੇਂ ਅੱਜ ਦਾ ਜਿਹੜਾ ਸ਼ਬਦ ਹੈ, ਇਹਦੇ ਵਿੱਚ ਬੰਦੇ ਦੀ ਹਉਮੈ ਦੀ ਗੱਲ ਕੀਤੀ ਗਈ ਹੈ, ਹੰਕਾਰ ਦੀ ਗੱਲ ਕੀਤੀ ਗਈ ਹੈ, ਜਿਹੜੀ ਈਗੋ ਹੈ ਨਾ ਇਨਸਾਨ ਦੇ ਵਿੱਚ, ਉਹਦੀ ਗੱਲ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਉਮੈ ਨੂੰ ਕਈ ਸ਼ਬਦਾਂ ਦੇ ਨਾਲ ਵਰਤਿਆ ਗਿਆ। ਮੈਂ, ਮੇਰੀ, ਹਮ ਸ਼ਬਦ ਵਰਤਿਆ ਗਿਆ ਹਉਮੈ ਲਈ, ਹਉ ਸ਼ਬਦ ਵਰਤਿਆ ਗਿਆ, ਅਹੰ ਸ਼ਬਦ ਵਰਤਿਆ ਗਿਆ ਵਾ। ਭਗਤ ਰਵਿਦਾਸ ਜੀ ਦਾ ਹੀ ਆਪਾਂ ਇੱਕ ਸ਼ਬਦ ਵਿਚਾਰਿਆ ਸੀ, ਜਿਹਦੇ ਵਿੱਚ ਜ਼ਿਕਰ ਹੈ ਜਬ ਹਮ ਹੋਤੇ ਤਬ ਤੂੰ ਨਾਹੀਂ। ਉੱਥੇ ਹਮ ਸ਼ਬਦ ਹੈ ਹਉਮੈ ਦਾ ਪ੍ਰਤੀਕ, ਵੀ ਜਦੋਂ ਸਾਡੇ 'ਚ ਹਉਮੈ ਹੈ ਉਦੋਂ ਅਸੀਂ ਪਰਮੇਸ਼ਰ ਨੂੰ ਅਸੈਪਟ ਜਾਂ ਉਹਦੀ ਪਹਿਚਾਣ ਨਹੀਂ ਕਰ ਪਾਉਂਦੇ, ਉਹਦੇ ਨਾਲ ਸਾਡੀ ਸਾਂਝ ਨਹੀਂ ਬਣਦੀ। ਜਦੋਂ ਇਹ ਹਉਮੈ, ਇਹ ਮੈਂ ਮੇਰੀ ਦਾ ਭਾਵ
ਜੀਵਨ ਚੋਂ ਦੂਰ ਹੋ ਗਿਆ। ਮਾਲਕ ਨੇ ਕਿਹਾ ਤੈਨੂੰ ਉਹਦੀ ਪਹਿਚਾਣ ਹੋ ਜਾਵੇਗੀ। ਹਉ, ਮੈਂ, ਹਮ ਇਹ ਸ਼ਬਦ ਵਰਤੇ ਜਾਂਦੇ ਨੇ ਤੇ ਅੱਜ ਦੀ ਭਾਸ਼ਾ ਵਿੱਚ ਇਨਸਾਨ ਬਹੁਤਾ ਜਿਹੜਾ ਵਾ ਪੰਜਾਬੀ ਭਾਸ਼ਾ ਬੋਲਣੀ ਪਸੰਦ ਨਹੀਂ ਕਰਦਾ, ਬਹੁਤ ਘੱਟ ਹੈ, ਬੜਾ ਰੇਅਰ ਹੈ। ਸ਼ਹਿਰਾਂ ਦਾ ਇਹ ਹਾਲ ਹੋ ਚੁੱਕਿਆ ਵਾ। ਤੇ ਜਦੋਂ ਹਉਮੈ ਦੀ ਗੱਲ ਕਰਦੇ ਆ, ਅੱਗਿਓਂ ਇਹ ਜਵਾਬ ਆਉਂਦਾ ਵੀ ਉਸ ਬੰਦੇ ਵਿੱਚ ਪਹਿਲਾਂ ਪੰਜਾਬੀ ਬੋਲਦੇ, ਫਿਰ ਕਹਿੰਦੇ ਵੀ ਉਹਦੇ ਵਿੱਚ ਬੜੀ ਈਗੋ ਹੈ। ਈਗੋ ਸ਼ਬਦ ਵਰਤਿਆ ਜਾਂਦਾ। ਹਉ, ਹੰਕਾਰ, ਹਉਮੈ, ਮੈਂ, ਇਹ ਈਗੋ, ਇਹ ਸ਼ਬਦ ਵਰਤੇ ਜਾਂਦੇ ਹੈ ਸਮਝਣ ਦੇ ਲਈ। ਤੂੰ ਕਾਏ ਗਰਵੈ ਬਾਵਲੀ, ਜੈਸੇ ਭਾਦਉ ਖੂਮ ਰਾਜ, ਤੂੰ ਤਿਸ ਤੇ ਖਰੀ ਉਤਾਵਲੀ। ਸ਼ਬਦ ਹੈ ਅੱਜ ਦਾ, ਤੂੰ ਕਾਈ ਗਰਵੈ ਬਾਵਲੀ। ਇਹ ਬੌਰੀ, ਇਹ ਕਮਲੀ ਜਿੰਦ ਤੂੰ ਕਾਹਦੇ ਲਈ ਗਰਵ ਕਰਦੀ ਪਈ ਹੈ? ਭਗਤ ਰਵਿਦਾਸ ਜੀ ਕਹਿ ਰਹੇ ਆ, ਤੂੰ ਕਾਈ ਕਾਹਦੇ ਲਈ, ਗਰਵੈ, ਗਰਵੈ ਤੋਂ ਭਾਵ ਹੈ ਵੀ ਗਰਵ, ਅਹੰਕਾਰ, ਹਉਮੈ। ਬਾਬਲੀ, ਇਹ ਬੌਰੀ, ਇਹ ਬਾਬਲੀ, ਇਹ ਕਮਲੀਏ ਜਿੰਦੇ ਕਾਹਦੇ ਲਈ ਹੰਕਾਰ ਕਰ ਰਹੀ ਹੈ, ਹਉਮੈ ਕਾਹਦੇ ਲਈ ਹੈ? ਤੇ ਸੱਚ ਇਹ ਇਨਸਾਨ ਦੇ ਜੀਵਨ 'ਚ ਜਿਹੜਾ ਹਉ ਦਾ ਬੀਜ ਹੈ ਨਾ, ਹਉਮੈ ਦਾ ਬੀਜ ਜਿਹੜਾ ਵਾ, ਇਹ ਇਹਦੇ ਜਨਮ ਤੋਂ ਹੀ ਇਹਦੇ ਵਿੱਚ ਪੈਦਾ ਹੋਇਆ ਤੇ ਹੋਣਾ ਵੀ ਚਾਹੀਦਾ ਵਾ। ਇਹ ਹਉ, ਮੈਂ, ਮੇਰੀ ਦੀ ਭਾਵਨਾ ਹੀ ਇਨਸਾਨ ਨੂੰ ਬਾਕੀਆਂ ਦੇ ਨਾਲੋਂ ਵੱਖਰਾ ਕਰਦੀ ਹੈ। ਇਹਦੀ ਪਹਿਚਾਣ, ਇਹਦੀ ਆਈਡੈਂਟੀ ਜਿਹੜੀ ਹੈ ਨਾ ਇਨਸਾਨ ਦੀ, ਇਹਦੀ ਹਉ, ਇਹਦੀ ਮੈਂ ਤੋਂ ਹੀ ਪ੍ਰਗਟ ਹੁੰਦੀ ਹੈ ਵੀ ਮੈਂ ਇਨਸਾਨ ਹਾਂ। ਤੇ ਬਾਕੀ ਜਦੋਂ ਜੰਤ ਜੀਵ ਦੇਖਦਾ ਵਾ, ਉਹਨਾਂ ਵੱਲ ਦੇਖਦਾ, ਪਸ਼ੂਆਂ ਦੇ ਵੱਲ ਦੇਖਦਾ, ਇਹ ਕਹਿੰਦਾ ਵੀ ਮੈਂ ਸਭ ਤੋਂ ਉੱਪਰ ਹਾਂ। ਤੇ ਗੁਰੂ ਕੇ ਬਚਨ ਵੀ ਇਹ ਜ਼ਿਕਰ ਕਰਦੇ ਐ, ਸਜਣਾ ਤੈਨੂੰ ਜਨਮ ਮਿਲਿਆ, ਮਨੁੱਖਾ ਜੋਨ ਮਿਲੀ ਹੈ। ਤੇ ਸਾਹਿਬ ਨੇ ਕਿਹਾ ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਇਹ ਅੰਦਰ ਹਉ ਸੀ ਤੇ ਇਨਸਾਨ ਨੂੰ ਆਪਣੀ ਪਹਿਚਾਣ ਹੋਈ ਵੀ ਮੈਂ ਕੀ ਹਾਂ ਤੇ ਬਾਕੀ ਜੋ ਜੀਵ ਨੇ ਉਹ ਕੀ ਨੇ। ਇਹ ਹੋਣੀ ਜ਼ਰੂਰੀ ਹੈ, ਪਰ ਇਹ ਕਿਸੇ ਹੱਦ ਤੱਕ ਜੀਵਨ ਵਿੱਚ ਸੌਂਦੀ ਹੈ। ਹਉ ਤਾਂ ਉਸ ਇਨਸਾਨ ਨੂੰ ਵੀ ਬੜੀ ਸੀ ਨਾ, ਹਉ ਜਿਹੜੀ ਹੈ ਉਹ ਬ੍ਰਹਮਦਾਸ ਵਰਗਿਆਂ ਨੂੰ ਬੜੀ ਸੀ। ਹਉ ਉਹ ਬ੍ਰਹਮਦਾਸ ਦੇ ਜੀਵਨ ਦੇ ਵਿੱਚ ਬੜੀ ਸੀ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸ ਜਦੋਂ ਪਹੁੰਚਦਾ ਵਾ, ਉਹਦੇ ਤੋਂ ਪਹਿਲਾਂ ਦਾ ਵਾਕਿਆ ਜਿਹੜਾ ਉਹਦੀ ਜ਼ਿੰਦਗੀ ਦਾ ਵਾ ਨਾ, ਉਹਦੇ ਵਿੱਚ ਉਹਦੇ ਅੰਦਰ ਇਹ ਹੰਕਾਰ ਹੈ ਵੀ ਮੇਰੇ ਵਰਗਾ ਵਿਦਵਾਨ ਕੋਈ ਨਹੀਂ ਹੈ, ਮੇਰੇ ਵਰਗਾ ਗਿਆਤਾ ਕੋਈ ਨਹੀਂ ਹੈ, ਮੇਰੇ ਵਰਗਾ ਵਕਤਾ ਕੋਈ ਨਹੀਂ ਹੈ, ਮੇਰੇ ਵਰਗਾ ਵਿਚਾਰ ਗੋਸ਼ਟੀ ਕਰਨ ਵਾਲਾ ਕੋਈ ਨਹੀਂ ਹੈ। ਵੀ ਜੀਵਨ 'ਚ ਗਿਆਨ ਇੰਨਾ ਮੇਰੇ ਜੀਵਨ ਦੇ ਵਿੱਚ ਕੋਈ ਮੈਨੂੰ ਹਰਾ ਨਹੀਂ ਸਕਦਾ। ਉਹ ਕੁੱਲ ਲਾਇਬ੍ਰੇਰੀ ਆਪਣੀ ਜਿਹੜੀ ਆਪਣੇ ਨਾਲ ਚੁੱਕੀ ਫਿਰਦਾ ਵਾ, ਭਾਵ ਉਹ ਆਪਣੇ ਗ੍ਰੰਥਾਂ ਦੀਆਂ ਪੰਡਾਂ ਬੰਨ੍ਹ ਕੇ ਆਪਣੇ ਨਾਲ ਚੁੱਕੀ ਫਿਰਦਾ ਵੀ ਜਿਹੜਾ ਮੈਨੂੰ ਹਰਾ ਦੇਵੇਗਾ ਮੈਂ ਉਹਨੂੰ ਆਪਣੀਆਂ ਇਹ ਜਿਹੜੀਆਂ ਕਿਤਾਬਾਂ ਮਾਨਾ ਮੈਂ ਉਹਨੂੰ ਦੇ ਦੇਵਾਂਗਾ। ਇਹ ਹੰਕਾਰ ਸੀ ਆਪਣੇ ਗਿਆਨ ਦਾ, ਆਪਣੀ ਵਿਦਵਤਾ ਦਾ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਦਾ, ਮਿਲਾਪ ਹੁੰਦਾ ਵਾ, ਤੇ ਉਸ ਵਕਤ ਦਾ ਵਾਕਿਆ ਸਾਹਿਬ ਨੇ ਬਾਣੀ ਵਿੱਚ ਵੀ ਦਰਜ ਕੀਤਾ। ਤੇ ਸਾਹਿਬ ਨੇ ਉਹਨੂੰ ਜਦੋਂ ਸਮਝਾਇਆ ਵੀ ਬੰਦਿਆ ਗਿਆਨ ਤਾਂ ਤੂੰ ਬੜਾ ਹਾਸਲ ਕਰ ਲਿਆ, ਪਰ ਉਹ ਗਿਆਨ ਨੂੰ ਜੀਵਨ 'ਚ ਲਾਗੂ ਨਹੀਂ ਕੀਤਾ। ਜਿਹਨੂੰ ਬਾਬਾ ਕਬੀਰ ਜੀ ਐਵੇਂ ਕਹਿੰਦੇ ਆ ਵੀ ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਸਹਿਜ ਜੀਵਨ 'ਚ ਨਹੀਂ ਆਇਆ, ਸਤ ਜੀਵਨ 'ਚ ਨਹੀਂ ਆਇਆ, ਇਹਦੇ ਤੋਂ ਭਟਕਦਾ ਫਿਰਦਾ ਰਿਹਾ। ਤੇ ਲਾਭ ਕੀ ਹੋਇਆ? ਹਉ ਤੇਰੇ ਗਿਆਨ ਨੇ ਤੇਰੇ ਵਿੱਚੋਂ ਦੂਰ ਕਰਨੀ ਸੀ, ਪਰ ਤੇਰਾ ਗਿਆਨ ਤੇਰੇ ਸਿਰ ਚੜ੍ਹ ਕੇ ਬੋਲ ਰਿਹਾ, ਇਹ ਹਉ ਤੇਰੇ ਜੀਵਨ 'ਚੋਂ ਦੂਰ ਨਹੀਂ ਹੋਈ। ਸੋ ਖੈਰ ਭਗਤ ਰਵਿਦਾਸ ਜੀ ਇੱਥੇ ਗੱਲ ਕਰ ਰਹੇ ਨੇ, ਕਾਹਦੇ ਲਈ ਇਹ ਜੀਵ, ਕਾਹਦੇ ਲਈ ਤੂੰ ਜਿਹੜਾ ਵਾ ਹੰਕਾਰ ਕਰ ਰਿਹਾ ਵਾ, ਇਹ ਬੌੜੀ, ਇਹ ਜੀਵਨ, ਇਹ ਕਮਲੀ ਜਿੰਦ ਤੂੰ ਕਾਹਦੇ ਲਈ ਹੰਕਾਰ ਕਰਦੀ ਪਈ ਹੈ। ਤੇ ਹੁਣ ਦੂਜੀ ਗੱਲ ਭਗਤ ਜੀ ਇੱਥੇ ਬਿਆਨ ਕਰਨ ਲੱਗੇ ਨੇ। ਭਗਤ ਜੀ ਇਸ ਬੰਦੇ ਦੀ ਹੋਂਦ ਦੀ ਗੱਲ ਕਰਨ ਲੱਗੇ ਨੇ ਵੀ ਤੇਰੀ ਹੋਂਦ ਕੀ ਹੈ, ਤੇਰਾ ਵਜੂਦ ਕੀ ਹੈ, ਤੇਰਾ ਵਜੂਦ ਕੀ ਹੈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਵੀ ਕਹਿੰਦੇ ਨੇ, ਬਾਬਾ ਰਵਿਦਾਸ ਜੀ ਦਾ ਆਪਾਂ ਸ਼ਬਦ ਵਿਚਾਰ ਕੇ ਆਏ ਹਾਂ, ਜਿਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਇਹ ਮਿੱਟੀ ਦਾ ਪੁਤਲਾ ਵਾ, ਰਕਤ ਬੁੰਦ ਕਰ ਨਿੰਮਿਆ ਅਗਨ ਉਦਰ ਮਜ਼ਾਰ।
ਇਹਦੀ ਪਾਇਆ ਕੀ ਹੈ? ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਨੇ ਬੋਲੇ ਦੌੜਿਓ ਫਿਰਤ ਹੈ। ਮਿੱਟੀ ਦਾ ਪੁਤਲਾ ਸਾਹਿਬ ਨੇ ਕਿਹਾ, ਔਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਜ਼ਿਕਰ ਕੀਤਾ ਵੀ ਸਰੀਰ ਮਿਥਿਆ, ਇਹ ਨਾਸ਼ ਹੋਣ ਵਾਲਾ ਵਾ, ਜੋ ਉਪਜਿਓ ਸੋ ਬਿਨਸ ਹੈ। ਉਹਦੇ ਵਿੱਚ ਅਸੀਂ ਵੀ ਆਉਂਦੇ ਹਾਂ। ਪੈਦਾਇਸ਼ ਹੋਈ ਹੈ ਸੰਸਾਰ ਤੋਂ ਜਾਣਾ ਮਾ, ਹੰਕਾਰ ਕਾਹਦਾ ਚੁੱਕੀ ਫਿਰਦਾ ਮਾ। ਹੁਣ ਇੱਥੇ ਜ਼ਿਕਰ ਹੈ, ਭਗਤ ਜੀ ਕਹਿਣ ਲੱਗੇ ਜੈਸੇ ਭਾਦਉ ਖੂੰਬ ਰਾਜ ਤੂੰ ਤਿਸ ਤੇ ਖਰੀ ਉਤਾਵਲੀ। ਸਾਉਣ ਔਰ ਭਾਦੋ ਦਾ ਮਹੀਨਾ ਜਦੋਂ ਆਉਂਦਾ ਵਾ ਨਾ, ਬਾਰਿਸ਼ ਹੁੰਦੀ ਹੈ, ਉਸ ਵਕਤ ਗੰਦਗੀ ਜਿਹੜੀ ਹੁੰਦੀ ਹੈ, ਇੱਕ ਜਗ੍ਹਾ 'ਤੇ ਕੂੜੇ ਦਾ ਢੇਰ ਲੱਗਿਆ ਹੁੰਦਾ, ਉਹਦੇ ਵਿੱਚ ਛੋਟੀਆਂ ਛੋਟੀਆਂ ਖੁੰਬਾਂ ਜਿਹੜੀਆਂ ਨੇ ਉਹ ਪੈਦਾ ਹੁੰਦੀਆਂ, ਉੱਗਦੀਆਂ ਨੇ ਗੰਦਗੀ ਕਾਰਨ ਅਤੇ ਬਾਰਿਸ਼ ਦੇ ਕਰਕੇ ਉਹਨਾਂ ਦੀ ਪੈਦਾਇਸ਼ ਹੁੰਦੀ ਹੈ। ਜੇ ਉਹਨਾਂ ਨੂੰ ਹੱਥ ਲਾਓ ਭੁਰ ਜਾਂਦੀਆਂ ਨੇ, ਟੁੱਟ ਜਾਂਦੀਆਂ, ਡਿੱਗ ਪੈਂਦੀਆਂ ਨੇ, ਬਸ ਇੰਨੀ ਕੁ ਉਹਨਾਂ ਦੀ ਪਾਇਆ ਵਾ, ਹੋਰ ਕੁਛ ਵੀ ਨਹੀਂ। ਉਹ ਜਿਹੜੀ ਆ ਖੁੰਬ ਜਿਹੜੀ ਪੈਦਾ ਹੋਈ, ਉਹਦੇ 'ਤੇ ਧੁੱਪ ਦੀਆਂ ਕਿਰਨਾਂ ਪਈਆਂ ਜਾਂ ਕਿਸੇ ਹੱਥ ਲਾ ਦਿੱਤਾ, ਉਹ ਟੁੱਟ ਕੇ ਡਿੱਗ ਪਈਆਂ। ਅਤੇ ਸਾਹਿਬ ਨੇ ਕਿਹਾ ਬੰਦਿਆ, ਤੇਰੇ ਜੀਵਨ ਵਿੱਚ ਤਾਂ ਉਹਦੇ ਪਾਸ ਤਾਂ ਕੁਝ ਸਮਾਂ ਹੈ, ਪਰ ਤੇਰੇ ਪਾਸ ਕੁਝ ਸਮਾਂ ਨਹੀਂ ਹੈ। ਇੱਕ ਛਿਨ ਲੱਗਦਾ ਵਾ, ਸੰਸਾਰ 'ਤੇ ਲੋਕ ਜਦੋਂ ਤੈਨੂੰ ਅਲਵਿਦਾ ਕਹਿਣ ਦੇ ਲਈ ਆ ਜਾਂਦੇ ਹੈ। ਸਾਹਿਬ ਨੇ ਕਿਹਾ ਕੁਝ ਛਿਨ, ਕੁਝ ਸਕਿੰਟ ਲੱਗਦੇ ਹੈ, ਜਦੋਂ ਆਹ ਸਵਾਸ ਤੇਰੇ ਜੀਵਨ 'ਚੋਂ ਦੂਰ ਹੋ ਜਾਂਦੇ, ਤੇਰੀ ਪਾਇਆ ਕੀ ਹੈ? ਅਤੇ ਸਾਹਿਬ ਦੀ ਬਾਣੀ ਕਹਿੰਦੀ ਹੈ, ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲਾਗੈ ਠਨਕਾ। ਇਹਦਾ ਕੀ ਵਿਸ਼ਵਾਸ, ਦੇਹੀ ਦਾ ਕੀ ਵਿਸ਼ਵਾਸ ਕਰ ਸਕਦਾ। ਇੱਥੇ ਤਾਂ ਸ਼ਾਹ ਸਿਕੰਦਰ ਵਰਗੇ ਜਾਂਦੇ ਦੇਖੇ, ਵੱਡੇ ਵੱਡੇ ਸ਼ਰੀਰਾਂ ਵਰਗੇ ਜਾਂਦੇ ਦੇਖੇ, ਤੇਰੀ ਪਾਇਆ ਕੀ ਹੈ? ਖੁੰਬ ਦਾ ਜ਼ਿਕਰ ਕਰਦੇ ਨੇ ਵੀ ਉਹ ਖੁੰਬ ਦੀ ਤਾਂ ਹਜੇ ਕੁਝ ਪਾਇਆ ਹੈ। ਧੁੱਪ ਦੀਆਂ ਕਿਰਨਾਂ ਪੈਂਦੀਆਂ ਨੇ ਅਤੇ ਧੁੱਪ ਕਾਫੀ ਸਮੇਂ ਬਾਅਦ ਨਿਕਲਦੀ ਹੈ, ਕਹਿ ਲਈਏ ਭਾਦੋ ਔਰ ਸਾਉਣ ਦੇ ਮਹੀਨੇ ਦਾ ਜ਼ਿਕਰ ਚੱਲ ਰਿਹਾ। ਸਾਹਿਬ ਨੇ ਕਿਹਾ ਉਹਦੀ ਜਿਹੜੀ ਪਾਇਆ ਇੰਨੀ ਕੁ ਹੈ, ਪਰ ਬੰਦਿਆ ਤੇਰੀ ਕੀ ਪਾਇਆ? ਛਿਨ ਛਿਨ ਔਦ ਬਿਹਾਤ ਹੈ ਫੁੱਟੈ ਘਟ ਜਾ ਪਾਣੀ। ਇਸ ਤਰ੍ਹਾਂ ਤੇਰੀ ਹੋਂਦ ਹੈ, ਤੇਰੀ ਪਾਇਆ ਵਾ, ਕੁਛ ਨਹੀਂ ਪਤਾ ਇਹਨੇ ਕਦੋਂ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਵਾ। ਕੁਛ ਨਹੀਂ ਪਤਾ ਇਨਸਾਨ ਦਾ। ਇਹ ਬਚਪਨ ਵਿੱਚ ਵੀ ਜਾ ਸਕਦਾ, ਜਵਾਨੀ ਦੀਆਂ ਪੈੜਾਂ ਵਿੱਚ ਵੀ ਇਹ ਜਾ ਸਕਦਾ, ਬੁਢੇਪੇ ਤੱਕ ਵੀ ਪਹੁੰਚ ਸਕਦਾ, ਕੁਛ ਪਤਾ ਨਹੀਂ ਹੈ। ਅਤੇ ਇੱਥੇ ਜ਼ਿਕਰ ਕਰ ਰਹੇ ਨੇ ਤੇਰੀ ਇਹ ਪਾਇਆ ਵਾ, ਕਾਹਦੇ ਲਈ ਹੰਕਾਰ ਕਰਦਾ ਫਿਰਦਾ ਵਾ। ਹੁਣ ਬੰਦੇ ਨੂੰ ਹੰਕਾਰ ਕਿਹੜੀ ਕਿਹੜੀ ਚੀਜ਼ ਦਾ ਹੈ, ਸਾਹਿਬ ਨੇ ਹੁਣ ਇਹ ਜ਼ਿਕਰ ਕੀਤਾ ਭਗਤ ਜੀ ਨੇ ਇਸ ਮੁਬਾਰਕ ਸ਼ਬਦ ਵਿੱਚ। ਪਹਿਲੇ ਬੰਦ ਵਿੱਚ ਕਿਹਾ ਜੀ, ਤੁਝੈ ਸੁਜੰਤਾ ਕਛੂ ਨਾਹੀ, ਤੁਝੈ ਸੁਜੰਤਾ ਕਛੂ ਨਾਹੀ। ਤੈਨੂੰ ਕੁਝ ਸੁਝਦਾ ਨਹੀਂ ਜਦੋਂ ਤੂੰ ਹੰਕਾਰ ਵਿੱਚ ਹੁੰਨਾ ਵਾ, ਜਦੋਂ ਤੂੰ ਅਭਿਮਾਨ ਵਿੱਚ ਹੁੰਨਾ ਵਾ, ਜਦੋਂ ਤੂੰ ਗਰਭ ਵਿੱਚ ਹੁੰਨਾ। ਗਰਭ ਭਾਵ ਹੈ ਹੰਕਾਰ। ਮਾਲਕ ਨੇ ਕਿਹਾ ਜਦੋਂ ਤੂੰ ਹਉਮੈ ਵਿੱਚ ਹੁੰਨਾ, ਤੈਨੂੰ ਸਮਝ ਕੁਝ ਨਹੀਂ ਆਉਂਦੀ ਵੀ ਮੈਂ ਕੀ ਕਰ ਰਿਹਾ ਵਾਂ। ਤੈਨੂੰ ਬਾਕੀ ਸਾਰੇ ਬੌਰੇ ਲੱਗਦੇ ਨੇ, ਤੈਨੂੰ ਤੂੰ ਖੁਦ ਹੀ ਸਹੀ ਲੱਗਦਾ ਵੀ ਮੈਂ ਹੀ ਸਹੀ ਹਾਂ। ਬਸ ਇਹ ਹਉਮੈ ਹੈ, ਈਗੋ ਹੈ, ਜਿਹੜੀ ਹਰ ਇਨਸਾਨ ਦੇ ਵਿੱਚ ਬੜੀ ਵੱਧ ਚੁੱਕੀ ਹੈ। ਅਤੇ ਸਾਹਿਬ ਨੇ ਕਿਹਾ ਜਦੋਂ ਮੈਂ ਮੇਰੀ ਦੀ ਭਾਵਨਾ ਦੇ ਵਿੱਚੋਂ ਨਿਕਲ ਕੇ ਤੂੰ ਦੀ ਭਾਵਨਾ ਜੀਵਨ 'ਚ ਲੈ ਕੇ ਆਵੇਂਗਾ ਸੱਜਣਾ, ਸਫਲ ਤੂੰ ਉਦੋਂ ਹੋਣਾ ਵਾ। ਨਹੀਂ ਹੰਕਾਰ ਚੁੱਕੀ ਫਿਰ ਮੈਂ ਬੜਾ ਗਿਆਨਵਾਨ ਹਾਂ, ਮੈਂ ਬੜਾ ਵਿਦਵਾਨ ਹਾਂ, ਮੈਂ ਆਹ ਪੜ੍ਹ ਲੈਂਦਾ ਵਾਂ, ਮੈਂ ਇਹ ਕਿਤਾਬ ਪੜ੍ਹ ਲੈਂਦਾ, ਮੈਂ ਫਲਾਣੇ ਗ੍ਰੰਥ ਨੂੰ ਪੜ੍ਹ ਲੈਂਦਾ ਵਾਂ। ਇਹੀ ਬਸ ਮਨ ਦੇ ਵਿੱਚ ਈਗੋ ਚੁੱਕੀ ਫਿਰਦਾ। ਜਿੱਦਣ ਸੱਜਣਾ ਮੈਂ ਦੇ ਸਫ਼ਰ ਤੋਂ ਜੀਵਨ ਤੇਰਾ ਤੂੰ ਦੇ ਸਫ਼ਰ ਦੇ ਵਿੱਚ ਪਹੁੰਚ ਗਿਆ ਨਾ, ਉਸ ਦਿਨ ਤੇਰੇ ਜੀਵਨ ਦਾ ਵਾਕਿਆ, ਤੇਰੇ ਜੀਵਨ ਦੀ ਜਿਹੜੀ ਵਿਚਾਰ ਹੈ ਉਹ ਵੱਖਰੀ ਹੋਵੇਗੀ। ਭਗਤ ਜੀ ਕਹਿ ਰਹੇ ਨੇ ਤੁਝੈ ਸੁਜੰਤਾ ਕਛੂ ਨਾਹੀ। ਅਤੇ ਸੱਚ ਇਨਸਾਨ ਦੇ ਜੀਵਨ 'ਚ ਜਦੋਂ ਹੰਕਾਰ ਹੁੰਦਾ ਵਾ ਨਾ, ਇਹਨੂੰ ਸਮਝ ਕੁਛ ਨਹੀਂ ਆਉਂਦਾ ਵੀ ਮੈਂ ਕੀ ਕਰਦਾ ਪਿਆ ਵਾਂ, ਮੈਂ ਸਹੀ ਕਰ ਰਿਹਾ, ਜੀਵਨ 'ਚ ਮੇਰੇ ਰਾਈਟ ਹੋ ਰਿਹਾ ਜਾਂ ਰੋਂਗ ਹੋ ਰਿਹਾ, ਨਹੀਂ ਪਤਾ ਲੱਗਦਾ ਬੰਦੇ ਨੂੰ। ਮਾਲਕ ਕਹਿ ਰਹੇ ਨੇ ਤੁਝੈ ਸੁਜੰਤਾ ਕਛੂ ਨਾਹੀ। ਅਤੇ ਹੁਣ ਦੂਜੀ ਗੱਲ ਕੀਤੀ, ਪਹਿਰਾਵਾ ਦੇਖ ਊਬ ਜਾਹੀ। ਆਪਣੇ ਤਨ 'ਤੇ ਇਸ ਪਹਿਰਾਵੇ ਨੂੰ, ਸਰੀਰ ਦੇ ਵਿੱਚ ਮਨ ਹੈ ਅਤੇ ਮਨ ਦਾ ਪਹਿਰਾਵਾ ਤਨ ਹੈ। ਅਤੇ ਇੱਥੇ ਭਗਤ ਜੀ ਕਹਿ ਰਹੇ ਨੇ ਤਨ ਰੂਪੀ ਪਹਿਰਾਵੇ ਦੀ ਸੋਹਣੀ ਘਾੜਤ ਦੇਖ ਕੇ ਬੰਦਿਆ ਊਬ ਜਾਹੀ, ਤੂੰ ਹੰਕਾਰ 'ਚ ਡੁੱਬਿਆ ਫਿਰਦਾ ਵਾ। ਹੁਣ ਬੰਦੇ ਨੂੰ ਸੋਹਣੇ ਸਰੀਰ ਦਾ ਹੰਕਾਰ ਹੁੰਦਾ ਵਾ ਨਾ, ਅਤੇ ਭਗਤ ਜੀ ਕਹਿ ਰਹੇ ਨੇ ਤੈਨੂੰ ਤੇਰੇ ਤਨ ਦਾ ਜਿਹੜਾ ਮਨ ਦੇ ਉੱਪਰ ਲਿਬਾਸ ਪਹਿਨਿਆ ਹੋਇਆ ਇਹ ਤਨ ਦਾ, ਇਹਦਾ ਹੰਕਾਰ ਹੈ, ਇਹਦੇ ਵਿੱਚ ਤੂੰ ਗਲਤਾਨ ਹੈ, ਇਹਦੇ ਵਿੱਚ ਡੁੱਬਿਆ ਫਿਰਦਾ ਵਾ। ਅਤੇ ਸੱਚ ਹੀ ਇਨਸਾਨ ਨੂੰ ਆਪਣੀ ਸੁੰਦਰਤਾ ਦਾ ਅਭਿਮਾਨ ਬੜਾ ਹੁੰਦਾ ਵਾ।
ਹੰਕਾਰ ਬੜਾ ਹੁੰਦਾ ਵਾ। ਤੇ ਸੱਚ ਇਹ ਹੈ ਵੀ ਜਦੋਂ ਜੀਵਨ ਦਾ ਇਹ ਸਰੀਰ ਰੂਪੀ ਢਾਂਚਾ ਇਹ ਜਦੋਂ ਬਜ਼ੁਰਗੀ ਦੇ ਵੱਲ ਜਾਂਦਾ ਤੇ ਉਦੋਂ ਇਹ ਆਪਣੇ ਤਨ ਨੂੰ ਦੇਖੇ ਵੀ ਇਹ ਕਾਇਆ ਦਾ ਮੈਂ ਹੰਕਾਰ ਕਰ ਰਿਹਾ ਸੀ, ਇਹ ਅੱਜ ਢਲਦੀ ਜਾ ਰਹੀ ਹੈ। ਤੇ ਪੜ੍ਹ ਲਿਆ ਕਰੀਏ ਜੀ ਬਾਬਾ ਭੀਖਨ ਜੀ ਦੇ ਮੁਬਾਰਕ ਸ਼ਬਦ ਨੂੰ, ਨੈਨੋ ਨੀਰ ਬਹੈ ਤਨ ਖੀਨਾ ਭਏ ਕੇਸ ਦੁਧਬਾਨੀ, ਰੁਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਨੀ। ਉੱਥੇ ਜ਼ਿਕਰ ਹੈ ਮਾਥੈ ਪੀਰ ਸਰੀਰ ਜਲਨ ਹੈ ਕਰਕ ਕਰੇਜੈ ਮਾਹੀ। ਸਰੀਰ ਜਲ ਰਿਹਾ, ਕਲੇਜੇ ਵਿੱਚ ਸਾੜ ਪੈ ਰਿਹਾ, ਮੱਥੇ 'ਚ ਪੀੜ ਹੈ, ਸਰੀਰ ਕਮਜ਼ੋਰ ਹੈ, ਨੇਤਰਾਂ 'ਚੋਂ ਜਲ ਵਹਿ ਰਿਹਾ ਵਾ, ਚਿੱਟੇ ਕੇਸ ਹੋ ਚੁੱਕੇ ਨੇ। ਬੰਦਿਆ ਉਹ ਅਵਸਥਾ ਨੂੰ ਕਦੇ ਆਪਣੇ ਆਪ ਤੇ ਲਾਗੂ ਕਰਕੇ ਦੇਖੀ ਵੀ ਕਿੱਦਾਂ ਦਾ ਉਹ ਸਮਾਂ ਵਾ। ਸੋ ਖੈਰ ਭਗਤ ਜੀ ਕਹਿ ਰਹੇ ਨੇ ਮਨ ਉੱਪਰ ਪਹਿਨਿਆ ਹੋਇਆ ਤਨ ਦਾ ਹੰਕਾਰ, ਇਹ ਤਨ ਪਹਿਰਾਵਾ ਸਾਡੇ ਮਨ ਦਾ। ਮਾਲਕ ਨੇ ਕਿਹਾ ਬੰਦਾ ਇਹਦਾ ਹੰਕਾਰ ਪਿਆ ਕਰਦਾ ਵਾ, ਇਹਦਾ ਹੰਕਾਰ ਪਿਆ ਕਰ ਰਿਹਾ। ਪਹਿਰਾਵਾ ਦੇਖ ਊਬ ਜਾਹੀ ਗਰਭਵਤੀ ਕਾ ਨਾਹੀ ਠਾਉ, ਤੇਰੀ ਗਰਦਨ ਉੱਪਰ ਲਵੈ ਕਾਉ। ਮਾਲਕ ਨੇ ਕਿਹਾ ਜਿਵੇਂ ਕਾਂ ਬੋਲਦਾ ਭੈੜਾ ਬੜਾ ਲੱਗਦਾ ਵਾ, ਇਸੇ ਤਰ੍ਹਾਂ ਬੰਦਿਆ ਤੇਰੀਆਂ ਭੈੜੀਆਂ ਇਨਾਮਤਾਂ ਸੰਸਾਰ ਨੂੰ ਬੜੀਆਂ ਭੈੜੀਆਂ ਲੱਗਦੀਆਂ ਨੇ, ਪਰ ਤੈਨੂੰ ਚੰਗੀਆਂ ਲੱਗਦੀਆਂ ਨੇ, ਤੈਨੂੰ ਚੰਗੀਆਂ ਲੱਗਦੀਆਂ। ਤੇਰੀਆਂ ਭੈੜੀਆਂ ਵਿਚਾਰਾਂ ਤੈਨੂੰ ਚੰਗੀਆਂ ਲੱਗਦੀਆਂ। ਜਿਵੇਂ ਕਾਂ ਬੋਲਦਾ ਕਿਸੇ ਨੂੰ ਚੰਗਾ ਨਹੀਂ ਲੱਗਦਾ, ਇਸੇ ਤਰ੍ਹਾਂ ਤੇਰੇ ਜੀਵਨ ਦੀਆਂ ਭੈੜੀਆਂ ਇਨਾਮਤਾਂ ਤੈਨੂੰ ਚੰਗੀਆਂ ਲੱਗਦੀਆਂ, ਪਰ ਸੰਸਾਰ ਨੂੰ ਚੰਗੀਆਂ ਨਹੀਂ ਲੱਗਦੀਆਂ। ਇਹਦੇ ਤੋਂ ਪਹਿਲਾਂ ਵਾਲੀ ਪੰਕਤੀ ਹੈ ਗਰਭਵਤੀ ਕਾ ਨਾਹੀ ਠਾਉ। ਇੱਥੇ ਗਰਭਵਤੀ ਕਿਹਾ ਗਿਆ ਹੰਕਾਰੀ ਇਨਸਾਨ ਨੂੰ। ਕਾ ਨਾਹੀ ਠਾਉ, ਉਹਦਾ ਕੋਈ ਟਿਕਾਣਾ ਨਹੀਂ ਹੁੰਦਾ। ਟਿਕਾਣੇ ਤੋਂ ਭਾਵ ਕੀ ਹੈ ਵੀ ਜਿਹੜਾ ਮਨ ਹੈ ਨਾ ਇਹ ਸਦਾ ਹੰਕਾਰ ਵਿੱਚ ਰੱਜਿਆ ਪਿਆ, ਹੰਕਾਰ ਵਿੱਚ ਬੌਰਿਆਂ ਦੀ ਤਰ੍ਹਾਂ ਆਪਣੇ ਕਰਮ ਇੰਦਰੀਆਂ ਨੂੰ ਆ ਮਨ ਕਮਾਂਡਾਂ ਦੇ ਰਿਹਾ, ਔਰ ਇਹ ਕਰਮ ਇੰਦਰੀ ਬੁਰੀਆਂ ਇਹ ਇਨਾਮਤਾਂ ਜੀਵਨ 'ਚ ਲੈ ਕੇ ਆ ਰਹੇ ਨੂੰ। ਮਨ ਹੀ ਕਮਾਂਡ ਦੇ ਰਿਹਾ ਨਾ ਸਾਡੇ ਨੇਤਰਾਂ ਨੂੰ ਵੀ ਤੂੰ ਆਹ ਦੇਖ। ਮਨ ਸਾਡੇ ਹੱਥਾਂ ਨੂੰ ਕਮਾਂਡ ਦੇ ਰਿਹਾ ਵੀ ਤੂੰ ਇਹਨਾਂ ਹੱਥਾਂ ਨਾਲ ਆ ਕਰ। ਮਨ ਸਾਡੇ ਕਦਮਾਂ ਨੂੰ ਕਮਾਂਡ ਦੇ ਰਿਹਾ ਵੀ ਇੱਧਰ ਨੂੰ ਤੁਰੋ। ਮਨ ਹੀ ਹੈ ਨਾ ਸਾਰਾ ਕੁਝ ਕਰ ਰਿਹਾ। ਜੇ ਸਾਹਿਬ ਨੇ ਕਿਹਾ ਮਨ ਹੀ ਹੰਕਾਰੀ ਹੈ, ਫਿਰ ਇਹਦਾ ਟਿਕਾ ਕੋਈ ਨਹੀਂ ਹੈ। ਕਰਮ ਇੰਦਰੀਆਂ ਦਾ ਕੋਈ ਟਿਕਾ ਨਹੀਂ ਜੇ ਮਨ 'ਚ ਹੰਕਾਰ ਹੈ। ਗਰਭਵਤੀ ਕਾ ਨਾਹੀ ਠਾਉ, ਫਿਰ ਕਿਆ ਤੇਰੀ ਗਰਦਨ ਉੱਪਰ ਲਵੈ ਕਾਉ। ਤੇਰੇ ਸਿਰ ਦੇ ਉੱਪਰ ਤੇਰੀਆਂ ਭੈੜੀਆਂ ਇਨਾਮਤਾਂ ਬੁਰਾਈਆਂ ਤੇਰੀ ਮੱਤ ਵਿੱਚ ਪਈਆਂ ਹੋਈਆਂ। ਬੰਦਿਆ ਤੈਨੂੰ ਚੰਗੀਆਂ ਲੱਗਦੀਆਂ ਨੇ, ਪਰ ਸੰਸਾਰ ਦੇ ਲੋਕਾਂ ਨੂੰ ਇਹ ਪਸੰਦ ਨਹੀਂ ਆ ਜੋ ਤੂੰ ਕਰਦਾ ਪਿਆ ਵਾ। ਬੰਦੇ ਨੂੰ ਲੱਗਦਾ ਮੈਂ ਬਹੁਤ ਕੁਛ ਚੰਗਾ ਕਰ ਰਿਹਾ, ਪਰ ਸੰਸਾਰ ਨੂੰ ਪਤਾ ਹੈ ਵਾ ਵੀ ਇਹ ਮਾੜਾ ਕਰ ਰਿਹਾ ਵਾ। ਅਗਲੇ ਬੰਦ ਵਿੱਚ ਭਗਤ ਜੀ ਕਹਿ ਰਹੇ ਨੇ ਜੈਸੇ ਕੁਰੰਕ ਨਹੀਂ ਪਾਇਓ ਭੇਦ ਤਨ ਸੁਗੰਧ ਢੂੰਡੈ ਪ੍ਰਦੇਸ਼। ਕੁਰੰਕ ਭਾਵ ਹਿਰਨ, ਉਹ ਕੰਡੇ ਹੀੜੇ ਦਾ ਨਾਦ ਆਵਾਜ਼ ਜਿਹੜੀ ਹੈ, ਜਾਂ ਇਹ ਕਹਿ ਲਈ ਇੱਕ ਕਸਤੂਰੀ ਮਿਰਗ ਜਿਹੜਾ ਹੈ ਉਹ ਕਸਤੂਰੀ ਨੂੰ ਉਹਦੀ ਸੁਗੰਧੀ ਨੂੰ ਮਾਣਨ ਦੇ ਲਈ ਉਹ ਦੌੜੀ ਹੀ ਜਾਂਦਾ ਵਾ, ਪਰ ਉਹਦੇ ਨਾਭੀ ਵਿੱਚ ਹੀ ਪਈ ਹੁੰਦੀ ਹੈ। ਇਸੇ ਤਰ੍ਹਾਂ ਹਿਰਨ ਜਿਹੜਾ ਵਾ ਉਹਦੇ ਅੰਦਰ ਹੀ ਉਹ ਹੈ, ਪਰ ਇਹ ਲੱਭਣ ਦੇ ਲਈ ਬਾਹਰ ਪ੍ਰਦੇਸ਼ ਵਿੱਚ ਢੂੰਡਦਾ ਬਾਹਰ ਭੱਜਦਾ ਵਾ। ਇਸੇ ਤਰ੍ਹਾਂ ਬੰਦੇ ਦੀ ਹਾਲਾਤ ਹੈ, ਆਨੰਦ ਸੁੱਖ ਚੈਨ ਇਹਦੇ ਹਿਰਦੇ 'ਚ ਹੀ ਆ, ਇਹ ਲੱਭਣ ਦੇ ਲਈ ਬਾਹਰ ਤੁਰਿਆ ਫਿਰਦਾ। ਬਾਹਰ ਕਿਵੇਂ? ਇਹ ਬਾਹਰੀ ਤੌਰ 'ਤੇ ਪਹਿਰਾਵਾ ਪਹਿਨ ਕੇ ਕਹਿੰਦਾ ਮੈਂ ਬੜਾ ਆਨੰਦ 'ਚ ਵਾਂ। ਸੁੰਦਰ ਪਹਿਰਾਵਾ, ਮਹਿੰਗਾ ਪਹਿਰਾਵਾ ਪਹਿਨ ਕੇ ਕਹਿੰਦਾ ਮੈਂ ਬੜਾ ਆਨੰਦ 'ਚ ਹਾਂ। ਇਹ ਬੰਦੇ ਦੇ ਹਾਲਾਤ ਹੈਗੇ ਨੇ। ਅਤੇ ਜਦੋਂ ਰੱਬ ਦੀ ਗੱਲ ਆਉਂਦੀ ਹੈ, ਪਰਮੇਸ਼ਰ ਦੀ ਗੱਲ ਆਉਂਦੀ ਹੈ, ਬੜਿਆਂ ਲੱਭਣ ਦਾ ਯਤਨ ਕੀਤਾ ਜੀ। ਕੋਈ ਪਰਬਤਾਂ 'ਤੇ ਬੈਠ ਗਿਆ ਚੜ੍ਹ ਕੇ, ਕੋਈ ਜੰਗਲਾਂ ਵਿੱਚ ਜਾ ਕੇ ਬਹਿ ਗਿਆ, ਕਿਸੇ ਘਰ ਛੱਡ ਦਿੱਤਾ, ਕੋਈ ਵੌਰਾ ਹੋ ਕੇ ਚੁੱਪ ਕਰਕੇ ਬਹਿ ਗਿਆ। ਸਾਹਿਬ ਨੇ ਕਿਹਾ ਕਾਹੇ ਰੇ ਮਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਹਪ ਵਾਸ ਜਿਉ ਵਸਤ ਹੈ। ਸਾਹਿਬ ਨੇ ਕਿਹਾ ਉੱਥੇ ਜਿਹੜੀ ਸੁਗੰਧੀ ਹੈ ਉਹ ਫੁੱਲ ਵਿੱਚ ਵਸ ਰਹੀ ਹੈ। ਇਸੇ ਤਰ੍ਹਾਂ ਰੱਬ ਦੀ ਹੋਂਦ ਕਬੂਲ ਤੇਰੇ ਜੀਵਨ 'ਚ ਵਾ। ਪੂਹਪ ਮਦ ਜਿਉ ਵਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ ਭਾਈ। ਆਨੰਦ ਬਾਹਰ ਲੱਭਦਾ ਪਿਆ ਬੰਦਿਆ, ਤੇਰੇ ਅੰਦਰ ਹੀ ਹੈ। ਚੈਨ ਬਾਹਰ ਲੱਭ ਰਿਹਾ, ਤੇਰੇ ਅੰਦਰ ਬੇਚੈਨ ਤੂੰ ਖੁਦ ਆਪਣੇ ਮਨ ਨੂੰ ਕੀਤਾ ਹੋਇਆ।
ਕਿਸੇ ਨੇ ਨਹੀਂ ਜੇ ਕੀਤਾ। ਸਾਹਿਬ ਕਹਿ ਰਹੇ ਨੇ, ਜੈਸੇ ਕੁਰੰਕ ਨਹੀਂ ਪਾਇਓ ਭੇਦ, ਤਨ ਸੁਗੰਧ ਢੂੰਡੈ ਪਰਦੇਸ। ਉਹ ਸੁਗੰਧੀ ਲੱਭਣ ਦੇ ਲਈ ਦੂਰ ਭੱਜਿਆ ਫਿਰਦਾ, ਪਰ ਹੁੰਦੀ ਕੋਲੇ ਹੀ ਹੈ। ਫਿਰ ਕਿਆ ਅਪ ਤਨਕਾ ਜੋ ਕਰੈ ਵਿਚਾਰ। ਜਿਹੜਾ ਬੰਦਾ ਆਪਣੇ ਆਪ ਦੀ ਵਿਚਾਰ ਕਰੇ, ਆਪਣੇ ਖੁਦ ਦੀ ਵਿਚਾਰ ਕਰੇ, ਸਾਹਿਬ ਨੇ ਕਿਹਾ ਬੜਾ ਆਨੰਦ 'ਚ ਹੈ। ਜਿਹੜਾ ਆਪਣੀ ਵਿਚਾਰ ਕਰੇ, ਅਪ ਤਨ ਕੀ ਜੋ ਕਰੈ ਵਿਚਾਰ, ਤਿਸ ਨਹੀਂ ਜਮ ਕੰਕਰ ਕਰੈ ਖੁਆਰ। ਉਹਨੂੰ ਭੈੜੀਆਂ ਇਨਾਮਤਾਂ ਜੰਮ, ਭੈੜੇ ਵਿਕਾਰ ਉਹਨੂੰ ਤੰਗ ਨਹੀਂ ਕਰਨਗੇ। ਮਾਲਕ ਨੇ ਕਿਹਾ ਜਿਹਨੇ ਅਪ ਤਨ ਕੀ ਕਰੇ ਵਿਚਾਰ, ਆਪਣੇ ਆਪ ਦੀ, ਮਨ ਦੀ, ਤਨ ਦੀ ਜਿਹਨੇ ਖੋਜ ਕੀਤੀ। ਤੇ ਗੁਰੂ ਸਾਹਿਬ ਦੇ ਬਚਨ ਕਹਿੰਦੇ ਆ ਜੀ, ਨਿਤ ਬੰਦੇ ਖੋਜ ਦਿਲ ਹਰ ਰੋਜ਼। ਦਿਲ ਤੋਂ ਭਾਵ ਹੈ ਮਨ। ਸਾਹਿਬ ਨੇ ਗੁਰਬਾਣੀ ਵਿੱਚ ਮਨ ਨੂੰ ਦਿਲ ਕਿਹਾ ਵਾ, ਤੇ ਸਾਹਿਬ ਨੇ ਕਿਹਾ ਬੰਦੇ ਖੋਜ ਦਿਲ ਹਰ ਰੋਜ਼। ਅੱਗੇ ਜ਼ਿਕਰ ਹੈ ਨਾ ਫਿਰ ਪਰੇਸ਼ਾਨੀ ਮਾਹੀ। ਪਰੇਸ਼ਾਨੀ ਕੋਈ ਨਹੀਂ ਆਵੇਗੀ ਜਿੱਦਣ ਬੰਦਾ ਆਪਣੀ ਵਿਚਾਰ ਕਰਨ ਲੱਗਿਆ। ਸੱਚੇ ਇਨਸਾਨ ਦੇ ਜੀਵਨ 'ਚ ਆਪਣੀ ਵਿਚਾਰ ਬਹੁਤ ਘੱਟ ਹੈ, ਦੂਜਿਆਂ ਦੀ ਵਿਚਾਰ ਬਹੁਤੀ ਹੈ। ਦੂਜਿਆਂ ਦੀ ਵਿਚਾਰ ਤੋਂ ਭਾਵ ਵੀ ਦੂਜਿਆਂ ਵੱਲ ਹੀ ਦੇਖਦਾ ਰਹਿੰਦਾ, ਵੀ ਉਹ ਕੀ ਕਰ ਰਿਹਾ, ਉਹ ਕੀ ਕਰ ਰਿਹਾ, ਮੈਂ ਕੀ ਕਰ ਰਿਹਾ, ਇਹਦੇ ਵੱਲ ਇਹਦੀ ਹਜੇ ਦੌੜ ਸ਼ੁਰੂ ਨਹੀਂ ਜੇ ਹੋਈ। ਸਾਹਿਬ ਬਾਬਾ ਰਵਿਦਾਸ ਜੀ ਭਗਤ ਜੀ ਕਹਿ ਰਹੇ ਨੇ, ਅਪ ਤਨ ਕੀ ਜੋ ਕਰੈ ਵਿਚਾਰ, ਤਿਸ ਨਹੀਂ ਜਮ ਕੰਕਰ ਕਰੇ ਖੁਆਰ। ਜਮ ਕੰਕਰ ਕਹਿ ਲਈਏ ਭੈੜੀਆਂ ਬੁਰਾਈਆਂ, ਕਹਿ ਲਈਏ ਬੇਚੈਨ ਮਨ ਨਹੀਂ ਫਿਰ ਹੋਵੇਗਾ। ਇਹ ਚੈਨ ਇਹਨੂੰ ਮਿਲੇਗਾ, ਇਹਨੂੰ ਸ਼ਾਂਤੀ ਮਿਲੇਗੀ, ਇਹਨੂੰ ਸਹਿਜ ਮਿਲੇਗਾ, ਇਹਨੂੰ ਸੰਤੋਖ ਮਿਲੇਗਾ। ਫਿਰ ਸਾਹਿਬ ਕਿਹਾ ਜੀ ਤੀਜੇ ਬੰਦ 'ਚ, ਜਿਹਦਾ ਹੰਕਾਰ ਬੰਦਾ ਸਾਰੀ ਜ਼ਿੰਦਗੀ ਕਰਦਾ, ਧੀਆਂ ਪੁੱਤਰਾਂ ਦੇ ਉੱਚੇ ਅਹੁਦਿਆਂ ਦਾ, ਜਾਂ ਇਹ ਵੀ ਹੈ ਵੀ ਈਗੋ ਹੈ ਵੀ ਮੇਰੇ ਘਰ ਪੁੱਤਰ ਦੀ ਦਾਤ ਉਸ ਪਰਮੇਸ਼ਰ ਨੇ ਦਿੱਤੀ। ਕਈ ਵਾਰੀ ਇਸ ਚੀਜ਼ ਦਾ ਵੀ ਅਭਿਮਾਨ ਬੰਦਾ ਕਰਦਾ ਵਾ। ਮਾਲਕ ਕਹਿ ਰਹੇ ਨੇ, ਪੁੱਤਰ ਕਲਤਰ ਕੀ ਕਰਾ, ਕਲਤਰ ਕਾ ਕਰੈ ਅਹੰਕਾਰ। ਪੁੱਤਰ ਦਾ, ਧੀਆਂ ਦਾ, ਪਰਿਵਾਰ ਦਾ, ਆਪਣੀ ਉੱਚੀ ਕੁੱਲ ਦਾ ਬੰਦਾ ਹੰਕਾਰ ਕਰਦਾ ਵਾ। ਪੁੱਤਰ ਕਲਤਰ ਕੀ ਕਰੈ ਵਿਚਾਰ, ਠਾਕੁਰ ਲੇਖਾ ਮੰਗਨ ਹਾਰ। ਸੱਚੇ ਦੇ ਦਰ ਤੇ ਤੇਰੇ ਲੇਖੇ ਜੋ ਕਿ ਹੋਣੇ ਆ। ਫੇੜੇ ਕਾ ਦੁੱਖ ਸਹੈ ਜੀਓ, ਪਾਛੈ ਕਿਸੈ ਪੁਕਾਰੈ ਪੀਓ ਪੀਓ। ਮਾਲਕ ਨੇ ਕਿਹਾ ਹੁਣ ਜਿਹੜਾ ਭੈੜੇ ਕਰਮ ਤੂੰ ਕਰਦਾ ਰਿਹਾ ਮਾਨਾ, ਇਹ ਲੇਖੇ ਜੋਖੇ ਤੇਰੇ ਨਾਲ ਦੀ ਨਾਲ ਇੱਥੇ ਹੀ ਹੋਣੇ ਨੇ। ਤੇ ਸਾਹਿਬ ਨੇ ਕਿਹਾ ਫੇੜੇ ਕਾ ਦੁੱਖ ਸਹੈ ਜੀਓ, ਜਿਹੜੇ ਮਾੜੇ ਕਰਮ ਕੀਤੇ ਸੀ ਉਹਦੇ ਦੁੱਖ ਸਹਿ। ਜ਼ਿਕਰ ਹੈ ਨਾ ਆਸਾ ਕੀ ਵਾਰ ਵਿੱਚ ਵੀ, ਸ਼ਹਿ ਵੇ ਜੀਆ ਆਪਣਾ ਕੀਆ। ਉੱਥੇ ਜ਼ਿਕਰ ਹੈ ਅਲਮਲ ਖਾਈ ਸ਼ਿਰਸ਼ਾਈ ਪਾਈ, ਮੂਰਖ ਅੰਧੇ ਪੱਤ ਗਵਾਈ। ਮਾਲਕ ਕਹਿੰਦੇ ਨੇ ਆਪਣਾ ਕੀਤਾ ਆਪ ਹੀ ਹੰਢਾ ਹੁਣ ਤਨ ਤੇ। ਉਹੀਓ ਗੱਲ ਇੱਥੇ ਭਗਤ ਜੀ ਨੇ ਕੀਤੀ ਹੈ, ਪਾਛੈ ਕਿਸੈ ਪੁਕਾਰੈ ਪੀਓ ਪੀਓ। ਜਦੋਂ ਮੌਤ ਹੋ ਗਈ, ਸੰਸਾਰ ਤੋਂ ਚਲਿਆ ਗਿਆ ਨਾ, ਫਿਰ ਕਿਹਨੂੰ ਪੁਕਾਰੇਗਾ ਬੰਦਿਆ, ਉਦੋਂ ਤੇਰੇ ਕਰਮਾਂ ਦਾ ਹੀ ਨਵੇੜਾ ਵਾ। ਸਾਧੂ ਕੀ ਜੋ ਲੇਹ ਓਟ। ਹੁਣ ਸਾਰੇ ਸ਼ਬਦ ਨੂੰ ਉਚਾਰ ਕੇ ਵਿਚਾਰ ਕੇ ਸਾਹਿਬ ਭਗਤ ਰਵਿਦਾਸ ਜੀ ਅਖੀਰ ਵਿੱਚ ਉਹਨੂੰ ਬਾਕਮਾਲ ਗੱਲ ਇਹ ਕਹਿਣ ਲੱਗੇ ਨੇ, ਬੰਦਿਆ ਤੂੰ ਈਗੋ ਤੋਂ ਬਚਣਾ ਚਾਹੁੰਦਾ ਮਾਂ, ਤੂੰ ਹੰਕਾਰ ਤੋਂ ਬਚਣਾ ਚਾਹੁੰਦਾ ਮਾਂ, ਤੂੰ ਭੈੜੀਆਂ ਬੁਰਾਈਆਂ ਤੋਂ ਬਚਣਾ ਚਾਹੁੰਦਾ, ਤਾਂ ਇੱਕ ਕੰਮ ਕਰ। ਸਾਹਿਬ ਨੇ ਕਿਹਾ ਸਾਧੂ ਕੀ ਜੋ ਲੇਹ ਓਟ। ਸਾਧੂ ਇੱਥੇ ਕਿਹਾ ਗੁਰੂ ਨੂੰ, ਤੂੰ ਗੁਰੂ ਦੀ ਓਟ ਲੈ। ਜਿਹੜਾ ਗੁਰੂ ਦੀ ਓਟ ਲੈਂਦਾ ਵਾ, ਭਗਤ ਜੀ ਕਹਿ ਰਹੇ ਨੇ, ਤੇਰੇ ਮਿਟੈ ਪਾਪ ਸਭ ਕੋਟ ਕੋਟ। ਕੋਟ ਸ਼ਬਦ ਵਰਤਿਆ ਗਿਆ ਕਰੋੜ ਦੇ ਲਈ। ਮਾਲਕ ਨੇ ਕਿਹਾ ਕਰੋੜਾਂ ਪਾਪ ਤੇਰੇ ਉਦੋਂ ਮਿਟ ਜਾਣਗੇ। ਮਾਲਕ ਨੇ ਕਿਹਾ ਜਦੋਂ ਤੂੰ ਸਾਧੂ ਗੁਰੂ ਦੀ ਓਟ ਲੈ ਲਏਗਾ, ਤੇਰੇ ਮਿਟੈ ਪਾਪ ਸਭ ਕੋਟ ਕੋਟ। ਕਰੋੜਾਂ ਪਾਪ ਲੈ ਜਾਣਗੇ ਜਦੋਂ ਇਸ ਸੱਚੇ ਗੁਰੂ ਦੀ ਓਟ ਟੇਕ ਆਸਰਾ ਲੈ ਕੇ ਜੀਵਨ 'ਚ ਤੁਰੇਗਾ। ਭਗਤ ਨਾਮਦੇਵ ਜੀ, ਉਹਨਾਂ ਦਾ ਜੀਵਨ ਪੜ੍ਹੀਏ ਜੀ, ਵਾਹ ਕਮਾਲ ਹੈ। ਸਮੇਂ ਦੇ ਧਾਰਮਿਕ ਆਗੂ ਮੰਦਰਾਂ ਵਿੱਚੋਂ ਬਾਹਰ ਕੱਢ ਦਿੰਦੇ ਨੇ, ਤੇ ਸਾਹਿਬ ਦਾ ਆਪਾਂ ਨਿਤ ਸ਼ਬਦ ਪੜ੍ਹਦੇ ਹਾਂ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਕਿਉਂ ਜੀ? ਕਿਉਂਕਿ ਉਹਨਾਂ ਨੇ ਸਾਧੂ ਕੀ ਉਹ ਲੈ ਓਟ, ਉਹਨਾਂ ਨੇ ਗੁਰੂ ਦੀ ਜਾਂ ਪਰਮੇਸ਼ਰ ਦੀ ਉਹਨਾਂ ਦੇ ਜੀਵਨ 'ਚ ਓਟ ਸੀ, ਜਿਹਨੂੰ ਉਹ ਆਪਣੇ ਸ਼ਬਦਾਂ 'ਚ ਬਿਆਨ ਕਰਦੇ ਨੇ, ਹਮ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਤੇਰਾ ਨਾਮ ਹੀ ਮੇਰੇ ਲਈ ਸਹਾਰਾ ਵਾ। ਇੱਥੇ ਭਗਤ ਜੀ ਕਹਿ ਰਹੇ ਨੇ ਜਦੋਂ ਓਟ ਗੁਰੂ ਦੀ ਲਏਗਾ, ਸਾਹਿਬ ਕਿਹਾ
ਤੇਰੇ ਮਿਟੇ ਪਾਪ ਸਭ ਕੋਟ ਕੋਟ, ਤੇਰੇ ਕੀਤੇ ਕਰੋੜਾਂ ਪਾਪ ਲੈ ਜਾਣਗੇ। ਕਹਿ ਰਵਿਦਾਸ ਜੋ ਜਪੈ ਨਾਮ। ਸਾਹਿਬ ਆਖਿਆ, ਭਗਤ ਜੀ ਕਹਿ ਰਹੇ ਨੇ, ਰਵਿਦਾਸ ਆਖਦਾ ਪਿਆ ਵਾ ਜਿਹੜੇ ਨਾਮ ਜਪਦੇ ਨੇ। ਸਾਹਿਬ ਆਖਿਆ, ਤਿਸ ਜਾਤ ਨਾ ਜਨਮ ਨਾ ਜੂਨ ਕਾਮ, ਤਿਸ ਜਾਤ ਨਾ ਜਨਮ ਨਾ ਜੂਨ ਕਾਮ। ਉਹਦੇ ਉੱਪਰ ਜਨਮ ਮਰਨ ਦਾ ਪ੍ਰਭਾਵ ਨਹੀਂ ਪੈਂਦਾ, ਭਾਵ ਆਵਾਗਾਉਣ ਤੋਂ ਉਹ ਮੁਕਤ ਹੋ ਜਾਂਦਾ ਵਾ। ਤੇ ਸਾਹਿਬ ਨੇ ਕਿਹਾ, ਭੈੜੇ ਵਿਕਾਰ ਉਹਦੇ ਜੀਵਨ ਵਿੱਚੋਂ ਦੂਰ ਹੋ ਜਾਂਦੇ ਨੇ। ਜਿਹੜਾ ਸਾਧੂ ਗੁਰੂ ਦੀ ਓਟ ਟੇਕ ਆਸਰਾ ਲੈ ਕੇ ਜੀਵਨ ਵਿੱਚ ਤੁਰਦਾ ਵਾ ਤੇ ਗੁਰੂ ਦੇ ਅਨੁਸਾਰ ਚੱਲ ਕੇ ਕਹਿੰਦਾ ਵਾ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇ, ਭਾਹ ਨ ਸਾਕੈ ਜਾਲੀ। ਜਿਹੜਾ ਸਾਹਿਬ ਆਖਿਆ ਸਾਧੂ ਗੁਰੂ ਦੀ ਓਟ ਲੈਂਦਾ ਵਾ, ਉਹਦੇ ਜੀਵਨ ਵਿੱਚ ਇਹ ਸੱਚ, ਉਹਦੇ ਜੀਵਨ ਵਿੱਚੋਂ ਇਹ ਵਿਕਾਰ ਦੂਰ ਹੋ ਕੇ ਉਹਦੇ ਜੀਵਨ ਦੇ ਵਿੱਚ ਸੱਚ ਆ ਜਾਂਦਾ। ਤੇ ਜਿਨ੍ਹਾਂ ਗੁਰੂ ਦੀ ਓਟ ਲਈ ਉਹਨਾਂ ਦਾ ਜੀਵਨ ਸੁਖੀ ਸੁਹੇਲਾ ਔਰ ਆਨੰਦਮਈ ਹੈ। ਉਹਨਾਂ ਦੇ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਨੇ। ਗੁਰੂ ਕਿਰਪਾ ਕਰੇ। ਰੱਬੀ ਵਚਨ ਵਿਚਾਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ। ਅਖੀਰ ਬਖਸ਼ੋ ਅਸੀਸ, ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।